ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਾਂ ਸਰਵਣ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ 22 ਵਾਰਾਂ ਵਿੱਚੋਂ 9 ਵਾਰਾਂ ਦੀਆਂ ਧੁਨਾਂ ਦਾ ਗਿਆਨ। ਹੁਣ ਤੱਕ ਅਸੀਂ 7 ਧੁਨਾਂ ਦੀ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ। ਅੱਜ ਆਪਾਂ 8ਵੀਂ ਵਾਰ ਦੀ ਧੁਨ ਦੀ ਜਾਣਕਾਰੀ ਪ੍ਰਾਪਤ ਕਰਾਂਗੇ। ਇਹ ਜੋ ਧੁਨਾਂ ਹਨ, ਉਂਝ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਹਨ, ਬਟ 9 ਵਾਰਾਂ ਨੂੰ ਧੁਨਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀਆਂ ਸਨ। ਸੋ ਉਹਨਾਂ 9 ਧੁਨਾਂ ਵਿੱਚੋਂ ਅੱਜ ਆਪਾਂ 8ਵੀਂ ਵਾਰ ਦੀ ਧੁਨ ਦੀ ਗੱਲ ਕਰਦੇ ਹਾਂ ਕਿ 6ਵੇਂ ਪਾਤਸ਼ਾਹ ਜੀ ਨੇ 8ਵੀਂ ਵਾਰ ਦੀ ਕਿਹੜੀ ਵਾਰ ਨੂੰ ਧੁਨ ਦਿੱਤੀ ਹੈ। ਸੋ 8ਵੀਂ ਵਾਰ ਜੋ ਹੈ ਉਹ ਮਲਾਰ ਦੀ ਵਾਰ ਹੈ। 9 ਧੁਨਾਂ ਦੇ ਵਿੱਚੋਂ 8ਵੀਂ ਵਾਰ ਜੋ ਮਲਾਰ ਦੀ ਵਾਰ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1278 ਉੱਤੇ ਸੁਭਾਇਮਾਨ ਹੈ। 1 2 7 8। ਸੋ ਸੰਗਤ ਜੀ, ਇਹ 8ਵੀਂ ਧੁਨ ਵਾਲੀ ਮਲਾਰ ਦੀ ਵਾਰ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਵਾਰ ਮਲਾਰ ਕੀ ਮਹੱਲਾ ਪਹਿਲਾ, ਰਾਣੀ ਕੈਲਾਸ ਤਥਾ ਮਾਲਦੇ ਕੀ ਧੁਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮਲਾਰ ਦੀ ਵਾਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਯਾਨੀ ਕਿ ਇਸ ਵਾਰ ਦਾ ਟਾਈਟਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਹੈ, ਕਿਉਂਕਿ ਇਸ ਦੇ ਸ਼ੁਰੂ ਵਿੱਚ ਮਹੱਲਾ ਪਹਿਲਾ ਲਿਖਿਆ ਹੋਇਆ ਹੈ। ਯਾਨੀ ਕਿ ਇਸ ਵਿੱਚ ਸਾਰੀਆਂ ਪੌੜੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ ਅਤੇ ਇਸ ਵਾਰ ਦੇ ਸ਼ਲੋਕ ਅਤੇ ਮਹੱਲੇ ਦੂਸਰੇ ਗੁਰੂ ਸਾਹਿਬਾਨ ਨਾਲ ਸਾਂਝੇ ਹਨ। ਸੋ ਸੰਗਤ ਜੀ, ਹੁਣ ਆਪਾਂ ਇਸ ਦੇ ਟਾਈਟਲ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਜਿਹੜਾ ਇਸ ਦੇ ਵਾਰ ਦੇ ਸ਼ੁਰੂ ਵਿੱਚ ਲਿਖਿਆ, ਰਾਣੀ ਕੈਲਾਸ ਤਥਾ ਮਾਲਦੇ ਕੀ ਧੁਨ। ਕਿ ਉਹ ਕੈਲਾਸ਼ ਅਤੇ ਮਾਲਦੇ ਕੌਣ ਸਨ? ਰਾਣਾ ਕੈਲਾਸ਼ ਦੇਵ ਅਤੇ ਰਾਣਾ ਮਾਲਦੇਵ, ਇਹ ਦੋਵੇਂ ਸਕੇ ਭਰਾ ਸਨ। ਇਹਨਾਂ ਦਾ ਪਿਤਾ ਇੱਕ ਛੋਟੀ ਜਿਹੀ ਰਿਆਸਤ ਦਾ ਰਾਜਾ ਸੀ। ਜਦ ਉਹ ਸੁਰਗਵਾਸ ਹੋ ਗਿਆ ਤਾਂ ਵੱਡੇ ਭਾਈ ਰਾਣੇ ਕੈਲਾਸ਼ ਦੇਵ ਨੇ ਸਾਰੀ ਜਾਇਦਾਦ ਅਤੇ ਰਾਜ ਭਾਗ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਆਪਣੇ ਛੋਟੇ ਭਰਾ ਰਾਣੇ ਮਾਲਦੇਵ ਨੂੰ ਕੁਝ ਵੀ ਨਹੀਂ ਦਿੱਤਾ। ਰਾਣੇ ਮਾਲਦੇਵ ਨੇ ਨਿਮਰਤਾ ਨਾਲ ਅਤੇ ਪਿਆਰ ਨਾਲ ਕਈ ਵਾਰ ਆਪਣੇ ਭਰਾ ਕੋਲੋਂ ਆਪਣਾ ਹੱਕ ਮੰਗਿਆ, ਪਰ ਰਾਣੇ ਕੈਲਾਸ਼ ਦੇਵ ਨੇ ਕੋਈ ਪਰਵਾਹ ਨਾ ਕੀਤੀ। ਰਾਣੇ ਮਾਲਦੇਵ ਦੀ ਬੇਵਸੀ ਅਤੇ ਗਰੀਬਾਂ ਵਾਲੀ ਹਾਲਤ ਦੇਖ ਕੇ ਸਾਰੀ ਪ੍ਰਜਾ ਉਸ ਦੀ ਹਮਦਰਦ ਬਣ ਗਈ ਅਤੇ ਉਸ ਦੀ ਹਮਾਇਤ ਜਾਂ ਉਸ ਦੀ ਸਹਾਇਤਾ ਕਰਨ ਲੱਗੀ। ਇਹ ਦੇਖ ਕੇ ਅੱਧੀ ਤੋਂ ਜ਼ਿਆਦਾ ਫੌਜ ਵੀ ਰਾਣੇ ਮਾਲਦੇਵ ਨਾਲ ਰਲ ਗਈ। ਇਸ ਤਰ੍ਹਾਂ ਮਾਲਦੇਵ ਨੇ ਰਾਜਨੀਤੀ ਅਤੇ ਆਪਣੇ ਅਸਰ ਸੂਖ ਅਤੇ ਪਿਆਰ ਨਾਲ ਸਭ ਨੂੰ ਆਪਣੇ ਵੱਸ ਵਿੱਚ ਕਰ ਲਿਆ। ਫਿਰ ਸਮਾਂ ਪਾ ਕੇ ਰਾਣੇ ਕੈਲਾਸ਼ ਅਤੇ ਰਾਣੇ ਮਾਲਦੇਵ ਵਿੱਚ ਬਹੁਤ ਸਾਰੀ ਭਾਰੀ ਜੰਗ ਹੋਈ, ਜਿਸ ਵਿੱਚ ਰਾਣਾ ਕੈਲਾਸ਼ ਦੇਵ ਹਾਰ ਗਿਆ ਅਤੇ ਰਾਣੇ ਮਾਲਦੇਵ ਨੂੰ ਜਿੱਤ ਪ੍ਰਾਪਤ ਹੋਈ। ਰਾਣੇ ਮਾਲਦੇਵ ਨੇ ਆਪਣੇ ਭਰਾ ਰਾਣੇ ਕੈਲਾਸ਼ ਦੇਵ ਨੂੰ ਬੰਨ੍ਹ ਕੇ ਕੈਦ ਵਿੱਚ ਸੁੱਟ ਦਿੱਤਾ। ਜਦ ਰਾਣੇ ਕੈਲਾਸ਼ ਨੂੰ ਕੈਦ ਵਿੱਚ ਪਿਆ ਸਾਲ ਗੁਜ਼ਰ ਗਿਆ ਤਾਂ ਉਹ ਬਹੁਤ ਦੁਖੀ ਹੋਇਆ ਅਤੇ ਉਸਨੇ ਆਪਣੇ ਭਰਾ
ਰਾਣੇ ਮਾਲਦੇਵ ਅੱਗੇ ਪੁਕਾਰ ਕੀਤੀ ਕਿ ਉਹ ਉਸ ਨੂੰ ਕੈਦ ਵਿੱਚੋਂ ਬਾਹਰ ਕੱਢ ਦੇਵੇ। ਅੱਗੇ ਤੋਂ ਉਹ ਉਸ ਤਰ੍ਹਾਂ ਹੀ ਕਰੇਗਾ ਜਿਸ ਤਰ੍ਹਾਂ ਉਸ ਨੂੰ ਮਾਲਦੇਵ ਕਹੇਗਾ। ਇਸ ਤਰ੍ਹਾਂ ਪੁਕਾਰ ਕਰਕੇ ਰਾਣੇ ਕੈਲਾਸ਼ ਦੇਵ ਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ। ਇਹ ਸੁਣ ਕੇ ਰਾਣੇ ਮਾਲਦੇਵ ਨੇ ਆਪਣੇ ਵੱਡੇ ਭਰਾ ਰਾਣੇ ਕੈਲਾਸ਼ ਦੇਵ ਨੂੰ ਸਿੱਖਿਆ ਦਿੰਦਿਆਂ ਹੋਇਆਂ ਆਖਿਆ ਕਿ ਹੁਣ ਉਹ ਆਪਣੇ ਰਾਜ ਭਾਗ ਵਿੱਚ ਗਰੀਬਾਂ ਦੀ ਰੱਖਿਆ ਕਰੇ ਅਤੇ ਆਪਣੀ ਪ੍ਰਜਾ ਨਾਲ ਪੂਰਾ ਨਿਆਂ ਕਰਿਆ ਕਰੇ। ਰਾਣੇ ਮਾਲਦੇਵ ਨੇ ਕਿਹਾ ਕਿ ਉਹ ਆਪ ਵੀ ਧਰਮੀ ਬਣਿਆ ਰਵੇ ਅਤੇ ਆਪਣੀ ਪ੍ਰਜਾ ਨੂੰ ਵੀ ਧਰਮੀ ਬਣਾਵੇ। ਰਾਣੇ ਮਾਲਦੇਵ ਨੇ ਆਖਿਆ ਕਿ ਹੇ ਵੀਰ, ਤੁਸੀਂ ਚੰਗੇ ਕੰਮ ਕਰਨੇ ਅਤੇ ਕਿਸੇ ਦਾ ਦਿਲ ਨਾ ਦੁਖਾਉਣਾ। ਇਸ ਤਰ੍ਹਾਂ ਰਾਣੇ ਮਾਲਦੇਵ ਨੇ ਆਪਣੇ ਕਪਟੀ ਭਰਾ ਰਾਣੇ ਕੈਲਾਸ਼ ਦੇਵ ਨੂੰ ਛੋਟੇ ਭਰਾ ਹੁੰਦਿਆਂ ਹੋਇਆਂ ਵੀ ਵੱਡੇ ਭਰਾ ਵਾਂਗ ਸਿੱਖਿਆ ਦਿੱਤੀ। ਇਸ ਤਰ੍ਹਾਂ ਮਾਲਦੇਵ ਨੇ ਆਪਣੇ ਭਰਾ ਰਾਣੇ ਕੈਲਾਸ਼ ਦੀ ਬੰਦ ਖਲਾਸੀ ਕਰ ਦਿੱਤੀ ਅਤੇ ਅੱਧਾ ਰਾਜ ਭਾਗ ਵੀ ਦੇ ਦਿੱਤਾ। ਇਸ ਤਰ੍ਹਾਂ ਰਾਣੇ ਮਾਲਦੇਵ ਨੇ ਇੱਕ ਧਰਮਾਤਮਾ ਰਾਜੇ ਵਾਂਗ ਆਪਣੇ ਭਰਾ ਨੂੰ ਮਾਫ ਕਰਕੇ ਉਸ ਨੂੰ ਅੱਧਾ ਰਾਜ ਦੇ ਦਿੱਤਾ। ਫਿਰ ਰਾਣੇ ਮਾਲਦੇਵ ਦੀ ਸਾਰੇ ਜਗਤ ਵਿੱਚ ਵਡਿਆਈ ਹੋਈ ਅਤੇ ਉਸ ਸਮੇਂ ਦੇ ਕਵੀਆਂ ਅਤੇ ਢਾਡੀਆਂ ਨੇ ਰਾਣੇ ਮਾਲਦੇਵ ਅਤੇ ਰਾਣੇ ਕੈਲਾਸ਼ ਦੇਵ ਦੀ ਇੱਕ ਗਾਥਾ ਬਣਾ ਕੇ ਵਾਰਾਂ, ਪੌੜੀਆਂ, ਕਵਿਤਾਵਾਂ ਅਤੇ ਗੀਤ ਗਾਏ। ਉਹਨਾਂ ਵਿੱਚੋਂ ਇੱਕ ਪੌੜੀ ਇਸ ਪ੍ਰਕਾਰ ਹੈ। ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅਮਰ। ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ। 900 ਨਦੀ 99 ਰਾਣਾ ਜਲ ਕੰਦਰ। ਟੁੱਕਾ ਰਾਏ ਅਮੀਰ ਦੇ ਕਰ ਮੇਘ ਅਡੰਬਰ। ਆਣਤ ਖੰਡਾ ਰਾਣਿਆਂ ਕੈਲਾਸ਼ੇ ਅੰਦਰ। ਬਿਜਲ ਜਿਉਂ ਚਮਕਾਣੀਆਂ ਤੇਗਾਂ ਵਿੱਚ ਅੰਬਰ। ਮਾਲਦੇਵ ਕੈਲਾਸ਼ ਨੂੰ ਬੰਨਿਆ ਕਰ ਸੰਗਰ। ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ ਅੰਦਰ। ਮਾਲਦੇਵ ਜਸ ਖੱਟਿਆ ਜੋ ਸ਼ਾਹ ਸਿਕੰਦਰ। ਮਾਲਦੇਵ ਜਸ ਖੱਟਿਆ ਜੋ ਸ਼ਾਹ ਸਿਕੰਦਰ। ਸੰਗਤ ਜੀ, ਜਦ ਇਹ ਪੌੜੀ ਛੇਵੇਂ ਪਾਤਸ਼ਾਹ ਜੀ ਨੂੰ ਢਾਡੀਆਂ ਨੇ ਅਕਾਲ ਤਖਤ ਹੇਠਾਂ ਖੜੇ ਹੋ ਕੇ ਸੁਣਾਈ ਤਾਂ ਸਤਿਗੁਰੂ ਜੀ ਨੂੰ ਬਹੁਤ ਪਸੰਦ ਆਈ। ਤਾਂ ਛੇਵੇਂ ਪਾਤਸ਼ਾਹ ਜੀ ਨੇ ਉਸੇ ਵੇਲੇ ਭਾਈ ਗੁਰਦਾਸ ਜੀ ਪਾਸੋਂ ਮਲਾਰ ਦੀ ਵਾਰ ਦੇ ਸ਼ੁਰੂ ਵਿੱਚ ਇਹ ਅੱਖਰ ਲਿਖਵਾਏ, ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨ। ਇਹ ਅੱਖਰ ਮਲਾਰ ਦੀ ਵਾਰ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖਵਾਏ ਹਨ। ਪਰ ਪੰਜਵੇਂ ਪਾਤਸ਼ਾਹ ਜੀ ਨੇ ਬਾਣੀ ਲਿਖਣ ਵੇਲੇ ਸਿਰਫ ਵਾਰ ਮਲਾਰ ਕੀ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਹੀ ਲਿਖਿਆ ਸੀ। ਪਰ ਛੇਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਇਸ ਦੇ ਨਾਲ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨ ਵੀ ਲਿਖਵਾ ਦਿੱਤਾ। ਫਿਰ ਸਤਿਗੁਰੂ ਜੀ ਨੇ ਰਾਗੀਆਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਮਲਾਰ ਦੀ ਵਾਰ ਦੀਆਂ ਪੌੜੀਆਂ ਉਸੇ ਤਰਜ ਵਿੱਚ ਗਾਉਣੀਆਂ ਜਿਸ ਤਰ੍ਹਾਂ ਰਾਣੇ ਕੈਲਾਸ਼ ਅਤੇ ਰਾਣੇ ਮਾਲਦੇਵ ਦੀ ਪੌੜੀ ਗਾਈ ਜਾਂਦੀ ਹੈ। ਸੋ ਸੰਗਤ ਜੀ, ਮਲਾਰ ਦੀ ਵਾਰ ਦੀ ਪਹਿਲੀ ਪੌੜੀ ਇਸ ਪ੍ਰਕਾਰ ਹੈ। ਆਪੀ ਨੇ ਆਪ ਸਾਜ ਆਪ ਪਛਾਣਿਆ। ਅੰਬਰ ਧਰਤ ਵਿਛੋੜ ਚੰਦੋਆ ਤਾਣਿਆ। ਬਿਨ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ। ਸੂਰਜ ਚੰਦ ਉਪਾਏ ਜੋਤ ਸਮਾਣਿਆ। ਕੀਏ ਰਾਤ ਦਨੰਤ ਚੋਜ ਵਡਾਣਿਆ। ਤੀਰਥ ਕਾ ਧਰਮ ਵਿਚਾਰ ਨਾਵਣ ਪੁਰਬਾਣਿਆ। ਤੁਧ ਸਰ ਅਵਰ ਨ ਕੋਏ ਕਿ ਆਖ ਵਖਾਣਿਆ। ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਇਸ ਤਰ੍ਹਾਂ ਇਹ ਮਲਾਰ ਦੀ ਵਾਰ ਦੀ ਪਹਿਲੀ ਪੌੜੀ ਹੈ। ਸੋ ਸੰਗਤ ਜੀ, ਇਸ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕੈਲਾਸ਼ ਅਤੇ ਮਾਲਦੇਵ ਦੀ ਵਾਰ ਦੀਆਂ ਵੀ 8 ਪੌੜੀਆਂ ਹਨ। ਕੈਲਾਸ਼ ਅਤੇ ਮਾਲਦੇਵ ਦੀ ਵਾਰ ਦੀਆਂ ਵੀ 8 ਪੰਕਤੀਆਂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਲਾਰ ਦੀ ਵਾਰ ਦੀਆਂ ਵੀ 8 ਹੀ ਪੰਕਤੀਆਂ ਹਨ। ਦੋਵਾਂ ਦੀਆਂ 8-8 ਪੰਕਤੀਆਂ ਹਨ।
ਜੋ ਕੈਲਾਸ਼ ਤੇ ਮਾਲਦੇਵ ਦੀ ਪੌੜੀ ਆ ਉਹਦੀਆਂ ਵੀ 8 ਪੰਕਤੀਆਂ ਤੇ ਮਲਾਰ ਦੀ ਵਾਰ ਦੀਆਂ ਪੌੜੀਆਂ ਜੋ ਹਨ ਉਹਨਾਂ ਦੀਆਂ ਵੀ 8-8 ਪੰਕਤੀਆਂ ਹਨ। ਪੌੜੀਆਂ ਵਾਲੀਆਂ ਸਾਰੀਆਂ ਵਾਰਾਂ ਵਿੱਚੋਂ ਇਸ ਵਾਰ ਦੀਆਂ ਪੌੜੀਆਂ ਸਭ ਤੋਂ ਵੱਡੀਆਂ ਹਨ। ਉਂਝ ਭਾਵੇਂ ਸੱਤੇ ਬਲਵੰਡ ਦੀ ਵਾਰ ਦੀਆਂ ਪੌੜੀਆਂ ਵੱਡੀਆਂ ਹਨ, ਪਰ ਅਸੀਂ ਉਹਨਾਂ ਪੌੜੀਆਂ ਨੂੰ ਪਦੇ ਜਾਂ ਪੈਰਾਗ੍ਰਾਫ ਕਵਾਂਗੇ, ਕਿਉਂਕਿ ਉਸ ਵਾਰ ਵਿੱਚ ਸ਼ਲੋਕ ਮਹੱਲਾ ਪਹਿਲਾ ਦੂਜਾ ਜਾਂ ਮਹੱਲਾ ਪਹਿਲਾ ਦੂਜਾ ਨਹੀਂ ਲਿਖਿਆ ਹੋਇਆ। ਉਸ ਵਾਰ ਵਿੱਚ ਸਿਰਫ 9 ਪੌੜੀਆਂ ਹੀ ਹਨ, ਯਾਨੀ 9 ਪਦੇ ਜਾਂ ਪੈਰਾਗ੍ਰਾਫ ਹਨ। ਜਿਵੇਂ ਜਪਜੀ ਸਾਹਿਬ ਦੀਆਂ 38 ਪੌੜੀਆਂ ਹਨ, ਆਨੰਦ ਸਾਹਿਬ ਦੀਆਂ 40 ਪੌੜੀਆਂ ਹਨ, ਉਸ ਤਰ੍ਹਾਂ ਸੱਤੇ ਬਲਵੰਡ ਦੀ ਵਾਰ ਦੀਆਂ 9 ਪੌੜੀਆਂ ਹਨ ਤੇ ਉਹਦੇ ਵਿੱਚੋਂ ਕਿਸੇ ਪੌੜੀ ਦੀਆਂ 7 ਪੰਕਤੀਆਂ, ਕਿਸੇ ਦੀਆਂ 8 ਪੰਕਤੀਆਂ, ਕਿਸੇ ਦੀਆਂ 9 ਪੰਕਤੀਆਂ, ਤੇ ਜਿਹੜੀ ਗੁਰੂ ਅਮਰਦਾਸ ਜੀ ਦੀ ਵਡਿਆਈ ਵਿੱਚ ਲਿਖੀ ਗਈ ਆ ਪੌੜੀ ਉਹਦੀਆਂ 20 ਪੰਕਤੀਆਂ। ਧੰਨ ਧੰਨ ਗੁਰੂ ਰਾਮਦਾਸ ਵਾਲੀ ਦੀਆਂ 9 ਪੰਕਤੀਆਂ, ਫਿਰ ਅਖੀਰਲੀ ਆ ਉਹਦੀਆਂ ਵੀ 9 ਪੰਕਤੀਆਂ। ਸੋ ਇਸ ਤਰ੍ਹਾਂ ਪੰਕਤੀਆਂ ਭਾਵਾਂ ਦੀਆਂ ਉਸ ਵਾਰ ਦੀਆਂ ਵੱਡੀਆਂ ਵੱਡੀਆਂ ਹਨ, ਜ਼ਿਆਦਾ ਹਨ, ਪਰ ਉਸ ਨੂੰ ਅਸੀਂ ਪੌੜੀਆਂ ਦੇ ਰੂਪ ਵਿੱਚ ਨਹੀਂ ਲੈ ਸਕਦੇ। ਜਿਵੇਂ ਸਪੈਸ਼ਲ ਪੌੜੀ ਲਿਖਿਆ ਹੁੰਦਾ ਵਾਰ ਦੇ ਵਿੱਚ, ਮਹੱਲਾ ਸ਼ਲੋਕ ਮਹੱਲਾ ਪਹਿਲਾ ਤੋਂ ਬਾਅਦ ਫਿਰ ਮਹੱਲਾ ਪਹਿਲਾ ਆਉਂਦਾ, ਫਿਰ ਪੌੜੀ ਆਉਂਦੀ। ਇਸ ਤਰ੍ਹਾਂ ਸੱਤੇ ਬਲਵੰਡ ਦੀ ਵਾਰ ਵਿੱਚ ਕੁਛ ਨਹੀਂ ਆਉਂਦਾ। ਬਸੰਤ ਦੀ ਵਾਰ ਵਿੱਚ ਵੀ ਮਹੱਲਾ ਪਹਿਲਾ ਜਾਂ ਪੌੜੀ ਨਹੀਂ ਹੈ, ਉਸ ਵਿੱਚ ਵੀ ਸਿਰਫ ਪਦੇ ਹੀ ਹਨ। ਸੋ ਸੰਗਤ ਜੀ, ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਵੀ ਇਸ ਵਾਰ ਦੀ ਧੁਨ ਤੱਕ ਜੋ ਵਾਰਾਂ ਹਨ, 9 ਵਾਰਾਂ ਹੁਣ ਤੱਕ 8 ਵਾਰਾਂ ਸੁਣੀਆਂ ਹਨ। ਇਸ 8ਵੀਂ ਵਾਰ ਦੀ ਧੁਨ ਤੱਕ ਛੇਵੇਂ ਪਾਤਸ਼ਾਹ ਜੀ ਨੇ ਆਪਣੀਆਂ 8 ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾ ਦਿੱਤੀਆਂ ਹਨ, ਯਾਨੀ ਕਿ 8 ਪੰਕਤੀਆਂ ਦਰਜ ਕਰਵਾ ਦਿੱਤੀਆਂ ਹਨ ਆਪਣੀ ਵੱਲੋਂ। ਸੋ ਸੰਗਤ ਜੀ, ਮਿਲਦੇ ਆ ਫਿਰ ਅਗਲੀ ਵਾਰ ਤੇ ਅਗਲੀ ਵੀਡੀਓ ਵਿੱਚ ਇਸ 9 ਧੁਨਾਂ ਦੀ ਜਾਣਕਾਰੀ ਵਿੱਚੋਂ 9ਵੀਂ ਵਾਰ ਦੀ ਤੇ 9ਵੀਂ ਧੁਨ ਦੀ ਜਾਣਕਾਰੀ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।